ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਸ ਰਾਈਟਿੰਗ ਟਾਸਕ 2 ਦੀ। ਤਾਂ ਆਪਣੇ ਕੋਲ ਜਿਹੜੀ ਅੱਜ ਟਾਈਪ ਹੈਗੀ ਆ ਉਹ ਹੈਗੀ ਆ ਐਡਵਾਂਟੇਜ ਆਊਟਵੇ ਦਾ ਡਿਸਐਡਵਾਂਟੇਜ। ਠੀਕ ਆ, ਤਾਂ ਇਸ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਇੱਕ ਦਿੱਤੀ ਹੁੰਦੀ ਹੈ ਸਟੇਟਮੈਂਟ, ਤਾਂ ਉਹ ਆਪਾਂ ਦੱਸਣਾ ਉਹਨਾਂ ਨੇ ਕਿਹਾ ਹੁੰਦਾ ਵਾ ਕਿ ਇਹਦੀਆਂ ਐਡਵਾਂਟੇਜ ਜ਼ਿਆਦਾ ਵਾ ਡਿਸਐਡਵਾਂਟੇਜ ਦੀ। ਠੀਕ ਆ, ਤਾਂ ਆਪਾਂ ਦੱਸਣਾ ਹੁੰਦਾ ਕਿ ਹਾਂਜੀ ਜਿਹੜੀਆਂ ਐਡਵਾਂਟੇਜ ਜ਼ਿਆਦਾ ਅਤੇ ਕਿਹੜੀਆਂ ਕਿਹੜੀਆਂ ਹੈਗੀਆਂ ਵਾ, ਅਤੇ ਡਿਸਐਡਵਾਂਟੇਜ ਵੀ ਆਪਾਂ ਦੱਸਣੀ ਹੁੰਦੀ ਇਹਦੇ ਵਿੱਚ। ਠੀਕ ਆ, ਤਾਂ ਜਿਹੜਾ ਇਹ ਐਸੇ ਆਪਾਂ ਦੋ ਤਰੀਕਿਆਂ ਨਾਲ ਸੋਲਵ ਕਰ ਸਕਦੇ ਹਾਂ। ਇੱਕ ਤਾਂ ਆਪਾਂ 3 BP ਬਣਾ ਕੇ, ਠੀਕ ਆ, ਵੀ BP1 BP2 BP3, ਠੀਕ ਆ, ਅਤੇ ਇੱਕ ਆਪਾਂ ਜਿਹੜੇ 2 BP ਫੋਰਮ ਕਰਕੇ ਵੀ ਇਹ ਜਿਹੜਾ ਐਸੇ ਲਿਖ ਸਕਦੇ ਹਾਂ। ਠੀਕ ਆ, ਤਾਂ ਅੱਜ ਆਪਾਂ ਸਿੰਪਲ ਆਨਸਰ ਦੇ ਨਾਲ ਗੱਲ ਕਰਾਂਗੇ ਵੀ ਇਹ ਕਿੱਦਾਂ ਆਪਾਂ ਜਿਹੜੇ ਦੋਨੋਂ ਤਰ੍ਹਾਂ ਕਿੱਦਾਂ ਐਸੇ ਲਿਖ ਸਕਦੇ ਹੈਗੇ ਆ। ਫਸਟ ਆਫ ਆਲ ਆਪਾਂ ਦੇਖ ਲੈਂਦੇ ਹੈਗੇ ਵੀ ਫੋਰਮ ਕਿਵੇਂ ਕਰੀਦਾ। ਫਸਟ ਆਫ ਆਲ ਆਪਣੇ ਕੋਲ ਜਿਹੜਾ ਇੰਟਰੋ ਹੈਗੀ ਆ, ਠੀਕ ਆ, ਤਾਂ ਆਪਾਂ ਜਿਹੜਾ ਰੀਫਰੇਸ ਕਰਨੀ ਆ, ਥੀਸਿਸ ਲਾਈਨ ਦੇਣੀ ਆ। ਠੀਕ ਆ, ਤਾਂ ਥੀਸਿਸ ਲਾਈਨ ਆਪਾਂ ਉਸ 'ਤੇ ਡਿਪੈਂਡ ਦੇਣੀ ਆ ਕਿ ਆਪਾਂ ਜਿਹੜਾ BP2 ਬਣਾਉਣੇ ਹੈਗੇ ਜਾਂ BP3 ਬਣਾਉਣੇ ਹੈਗੇ। ਠੀਕ ਆ, ਉਸ ਹਿਸਾਬ ਨਾਲ ਆਪਾਂ ਥੀਸਿਸ ਲਾਈਨ ਦੱਸਾਂਗੇ। ਮੈਂ ਦੋਨੋਂ ਥੀਸਿਸ ਲਾਈਨ ਦੱਸੂੰਗੀ ਜੇਕਰ ਤੁਸੀਂ BP3 ਬਣਾਉਣੇ ਆ ਜਾਂ 2 ਬਣਾਉਣੇ ਆ। ਠੀਕ ਆ, ਤਾਂ ਆਪਾਂ ਵੱਖਰੀ ਵੱਖਰੀ ਥੀਸਿਸ ਲਾਈਨ ਦੀ ਗੱਲ ਕਰਾਂਗੇ। ਜਿਹੜੀ ਰੀਫਰੇਸ ਉਹ ਸੇਮ ਹੋਊਗੀ। ਤਾਂ ਅੱਗੇ ਆਪਣੇ ਕੋਲ ਜਿਹੜਾ BP1 ਆ ਉਹਦੇ ਵਿੱਚ ਆਪਾਂ ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ੈਂਪਲ ਐਂਡ ਹੈਂਸ, ਠੀਕ ਆ, ਰਿਜ਼ਲਟ ਦੇਣਾ। ਅਤੇ ਉਵੇਂ ਹੀ ਆਪਾਂ BP2 ਦੇ ਵਿੱਚ ਪਹਿਲਾਂ ਮੇਨ ਆਈਡੀਆ, ਫਿਰ ਸਪੋਰਟ ਕਰਨਾ ਉਹਨੂੰ, ਠੀਕ ਆ, ਫਿਰ ਐਗਜ਼ਾਮਪਲ ਦੇਣੀ ਹੈਗੀ ਆ, ਅਤੇ ਇੱਕ ਹੈਂਸ। ਬਸ ਐਗਜ਼ਾਮਪਲ ਦੇਣ ਲੱਗੇ ਆਪਾਂ ਇਹ ਧਿਆਨ ਰੱਖਣਾ ਕਿ ਜਿਹੜੀ ਐਗਜ਼ਾਮਪਲ ਆਪਣੀ ਉਹ ਪਰਸਨਲ ਨਾ ਹੋਵੇ। ਠੀਕ ਆ, ਤਾਂ ਬਟ ਜਿਹੜਾ BP3 ਆ ਉਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਵੱਖਰੇ ਤਰੀਕੇ ਨਾਲ ਕਰਨਾ। ਫਸਟ ਆਫ ਆਲ ਆਪਾਂ ਟਾਸਕ ਸਟੇਟਮੈਂਟ ਦੇ ਦੇਣੀ ਆ, ਬਾਅਦ 'ਚ ਸਪੋਰਟ ਆਈਡੀਆ ਦੇਣਾ। ਤਾਂ ਜਿਹੜੀ ਐਗਜ਼ਾਮਪਲ ਆ ਉਹ ਆਪਾਂ ਇੱਥੇ ਨਹੀਂ ਦੇਣੀ। ਤਾਂ ਇਹ ਜਿਹੜਾ BP3 ਹੋਊਗਾ ਉਹ ਡਿਸਐਡਵਾਂਟੇਜ ਦਾ ਬਣੂਗਾ। ਠੀਕ ਆ, ਕਿਉਂਕਿ ਐਡਵਾਂਟੇਜ ਜ਼ਿਆਦਾ ਲਿਖਣੀਆਂ ਹੈਗੀਆਂ, ਵੀ ਆਪਾਂ ਦੱਸਣਾ ਵੀ ਐਡਵਾਂਟੇਜ ਜ਼ਿਆਦਾ, ਤਾਂ ਫਿਰ ਐਡਵਾਂਟੇਜ ਆਪਾਂ 2 ਲਿਖਾਂਗੇ BP1 ਐਂਡ BP2 ਦੇ ਵਿੱਚ, ਅਤੇ BP3 ਦੇ ਵਿੱਚ ਆਪਾਂ ਡਿਸਐਡਵਾਂਟੇਜ ਦੱਸਾਂਗੇ। ਠੀਕ ਆ, ਵੀ ਇਹਦੀ ਕੀ ਜਿਹੜਾ ਨੁਕਸਾਨ ਵੀ ਕੀ ਆ। ਠੀਕ ਆ, ਅਤੇ ਇਸ ਤਰ੍ਹਾਂ ਫੋਰਮ ਕਰਨਾ। ਹੁਣ ਆਪਾਂ ਜਿਹੜਾ ਸਿੰਪਲ ਆਨਸਰ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮੈਂ ਵੋਕੈਬ, ਸੈਂਟੈਂਸ ਵੇਰੀਏਸ਼ਨਸ ਹੈ ਨਾ, ਅਤੇ ਸਾਰਾ ਕੁਛ ਐਡ ਕਰਾਂਗੇ ਆਪਾਂ ਕਿੱਦਾਂ ਕਿੱਦਾਂ ਕਰਨਾ, ਕਿਵੇਂ BP1 ਲਿਖਣਾ, BP2 BP3 ਹੈ ਨਾ, ਸਾਰਾ ਕਨਕਲੂਜਨ ਤੱਕ ਸਾਰਾ ਕੁਛ ਦੱਸਾਂਗੇ ਆਪਾਂ ਇਹਦੇ ਵਿੱਚ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ ਫਸਟ ਆਫ ਆਲ ਇੰਟਰੋ ਦੀ। ਠੀਕ ਆ, ਇੰਟਰੋ ਆਪਣੇ ਕੋਲ ਇੱਥੇ ਹੈਗੀ ਆ, ਇਟ ਇਜ਼ ਬੀਂਗ ਕੰਸੀਡਰ ਦੈਟ, ਤਾਂ ਸਟੇਟਮੈਂਟ ਆਪਣੇ ਕੋਲ ਹੈਗੀ ਆ, ਦ ਗੌਰਮੈਂਟ should encourage industry and business to move out of big cities। ਠੀਕ ਆ, ਤਾਂ ਗੌਰਮੈਂਟ ਨੂੰ ਕੀ ਚਾਹੀਦਾ ਹੈਗਾ ਗਾ ਕਿ ਜਿਹੜੀਆਂ ਇੰਡਸਟਰੀ ਆ ਅਤੇ ਬਿਜ਼ਨਸ ਆ ਵੀ ਉਹ ਬਿਗ ਸਿਟੀਜ਼ ਦੇ ਵਿੱਚੋਂ ਹਟਾ ਦੇਣ। ਠੀਕ ਆ, ਤਾਂ ਉਹਨਾਂ ਨੂੰ ਮਤਲਬ ਕਿ ਕਿੱਥੇ ਲੈ ਕੇ ਜਾਣਾ ਚਾਹੀਦਾ, ਰੀਜਨਲ ਏਰੀਆਜ਼, ਖੇਤਰੀ ਏਰੀਆਜ਼ ਲਾਈਕ ਵਿਲੇਜ ਏਰੀਆ। ਠੀਕ ਆ, ਟੂ ਵਟ ਐਕਸਟੈਂਡ ਡੂ ਯੂ ਥਿੰਕ ਦੈਟ ਦ ਐਡਵਾਂਟੇਜ ਆਊਟਵੇ ਦਾ ਡਿਸਐਡਵਾਂਟੇਜ। ਤਾਂ ਤੁਸੀਂ ਕਿਹੜੀ ਐਕਸਟੈਂਡ ਤੱਕ ਇਹ ਸੋਚਦੇ ਹੈਗੇ ਵੀ ਐਡਵਾਂਟੇਜ ਜ਼ਿਆਦਾ ਹੈਗੀਆਂ। ਠੀਕ ਆ, ਤਾਂ ਹੁਣ ਆਪਾਂ ਇਹਦੀ ਜਿਹੜੀ ਫਸਟ ਆਫ ਆਲ ਜਿਹੜਾ ਰੀਫਰੇਸ ਕਰਦੇ ਹਾਂ ਕਿ ਰੀਫਰੇਸ ਕਿੱਦਾਂ ਹੋਣੀ ਆ। ਇਟ ਇਜ਼ ਬੀਂਗ ਕੰਸੀਡਰ ਦੈਟ, ਤੁਸੀਂ ਇਹ ਕੋਈ ਵੀ ਇੰਟਰੋ ਕਿਸੇ ਵੀ ਰਾਈਟਿੰਗ ਟਾਸਕ ਕੋਈ ਵੀ ਟਾਈਪ ਹੈਗੀ ਆਪਾਂ ਉਹਦੇ ਵਿੱਚ ਇਹ ਲਾਈਨ ਲਾ ਸਕਦੇ ਹਾਂ, ਇਟ ਇਜ਼ ਬੀਂਗ ਕੰਸੀਡਰ ਦੈਟ ਦ ਲਾਅ ਮੇਕਰ। ਤਾਂ ਉੱਥੇ ਗੌਰਮੈਂਟ ਹੈਗਾ ਆਪਣੇ ਕੋਲੇ, ਆਪਾਂ ਗੌਰਮੈਂਟ ਨਹੀਂ ਯੂਜ਼ ਕੀਤਾ, ਇੱਥੇ ਲਾਅ ਮੇਕਰਸ ਯੂਜ਼ ਕਰ ਲਿਆ। ਠੀਕ ਆ, ਸ਼ੁੱਡ ਇਨਹੈਂਸ, ਤਾਂ ਉਹਨਾਂ ਨੂੰ ਚਾਹੀਦਾ ਕੀ ਆ, ਇਨਹੈਂਸ ਵਧਾਉਣਾ, ਇੰਡਸਟਰੀ ਐਜ਼ ਵੈਲ ਐਜ਼ ਟ੍ਰੇਡ। ਤਾਂ ਆਪਣੇ ਕੋਲ ਜਿਹਦਾ ਆਪਾਂ ਨੂੰ ਨਹੀਂ ਵੀ ਪਤਾ ਉਹ ਆਪਾਂ ਸੇਮ ਵੀ ਲਿਖ ਸਕਦੇ ਹਾਂ। ਲਾਈਕ ਹੁਣ ਇੰਡਸਟਰੀ ਹੀ ਆਪਾਂ ਨੂੰ ਦਿੱਤਾ ਸੀ ਸਟੇਟਮੈਂਟ ਵਿੱਚ, ਤਾਂ ਇੰਡਸਟਰੀ ਦਾ ਆਪਾਂ ਇੰਡਸਟਰੀ ਹੀ ਜਿਹੜਾ ਅੱਗੇ ਇੰਟਰੋ ਵਿੱਚ ਲਿਖ ਦਿੱਤਾ ਹੈਗਾ। ਠੀਕ ਆ, ਤਾਂ ਐਜ਼ ਵੈਲ ਐਜ਼ ਟ੍ਰੇਡ, ਤਾਂ ਹੁਣ ਬਿਜ਼ਨਸ ਦਾ ਆਪਾਂ ਨੂੰ ਪਤਾ ਸੀਗਾ ਕਿ ਟ੍ਰੇਡ ਆ ਸਕਦਾ, ਤਾਂ ਆਪਾਂ ਟ੍ਰੇਡ ਲਿਖਤਾ। ਠੀਕ ਆ, ਟੂ ਗੈਟ ਇਸਟੈਬਲਿਸ਼ ਇਨ ਵਿਲੇਜ ਇੰਸਟੈਡ ਆਫ ਸਿਟੀਜ਼, ਤਾਂ ਉਹਨਾਂ ਨੂੰ ਕੀ ਚਾਹੀਦਾ ਵੀ ਇਹ ਜਿਹੜੀਆਂ ਇਸਟੈਬਲਿਸ਼ ਕਰਨੀਆਂ ਚਾਹੀਦੀਆਂ ਵਿਲੇਜ ਦੇ ਵਿੱਚ, ਇੰਸਟੈਡ ਆਫ ਉੱਥੇ ਲੱਗਦਾ ਬਜਾਏ, ਜਿੱਥੇ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਕਿ ਬਜਾਏ ਇਹਦੇ। ਠੀਕ ਆ, ਤਾਂ ਉਹਨਾਂ ਨੂੰ ਵਿਲੇਜ ਦੇ ਵਿੱਚ ਕਰਨਾ ਚਾਹੀਦਾ ਬਜਾਏ ਸਿਟੀਜ਼ ਦੇ। ਠੀਕ ਆ, ਤਾਂ ਆਈ ਥਿੰਕ ਹੁਣ ਆਪਾਂ ਥੀਸਿਸ ਲਾਈਨ ਦੀ ਗੱਲ ਕਰ ਰਹੇ ਹਾਂ। ਠੀਕ ਆ, ਇਹ ਹੋ ਗਈ ਰੀਫਰੇਸ। ਤਾਂ ਥੀਸਿਸ ਲਾਈਨ 2 ਤਰੀਕੇ ਨਾਲ ਕਰਨੀ ਹੈ, ਉਹ ਡਿਪੈਂਡ ਕਰਦਾ ਕਿ ਆਪਾਂ BP ਕਿੰਨੇ ਫੋਰਮ ਕਰਨੇ ਆ। ਜੇ ਤਾਂ ਰਾਈਟਿੰਗ ਟਾਸਕ ਮਤਲਬ ਰਾਈਟਿੰਗ ਦੇ ਵਿੱਚ ਥੋੜ੍ਹਾ ਟਾਈਮ ਮੈਨੇਜ ਹੋ ਜਾਂਦਾ ਹੈ ਨਾ, ਤਾਂ ਫਿਰ ਤੁਸੀਂ BP3 ਲਿਖ ਸਕਦੇ ਆ। ਜੇ ਤੁਹਾਨੂੰ ਟਾਈਮ ਦੀ ਪ੍ਰੋਬਲਮ ਹੈਗੀ ਵੀ ਬਸ 2 ਹੀ BP ਲਿਖੇ ਜਾਂਦੇ ਹੈਗੇ ਹੈ ਨਾ, ਵੀ ਟਾਈਮ ਘੱਟ ਜਾਂਦਾ ਹੈਗਾ, ਤਾਂ ਫਿਰ ਆਪਾਂ ਜਿਹੜਾ ਹੈਗਾ 2 BP ਸੈਕਿੰਡ ਥੀਸਿਸ ਲਾਈਨ ਯੂਜ਼ ਕਰਾਂਗੇ। ਅਤੇ ਮੈਂ ਦੋਨੋਂ ਦੱਸਦੀ ਹੈਗੀ ਹਾਂ। ਫਸਟ ਆਫ ਆਲ ਜੇ ਆਪਾਂ 3 BP ਲਿਖਣੇ ਹੈਗੇ ਆ, ਠੀਕ ਆ, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਆਈ ਥਿੰਕ ਦਿਸ ਆਈਡੀਆ ਹੈਜ਼ ਮੋਰ ਬੈਨੀਫਿਟਸ। ਤਾਂ ਇਹ ਆਈਡੀਆ ਕੀ ਆ, ਇਹਦੇ ਕੀ ਆ, ਮੋਰ ਬੈਨੀਫਿਟਸ ਆ, ਐਂਡ ਇਟ ਕੈਨ ਓਵਰਕਮ ਇਟਸ ਨੈਗੇਟਿਵ ਅਸਪੈਕਟ। ਠੀਕ ਆ, ਤਾਂ ਜਿਹੜੇ ਨੈਗੇਟਿਵ ਅਸਪੈਕਟ ਆ ਮਤਲਬ ਥੋੜ੍ਹੇ ਆ, ਉਹਨਾਂ ਨੂੰ ਓਵਰਕਮ ਕਰ ਸਕਦਾ ਜਿਹੜਾ ਇਹਦੇ ਪੋਜ਼ੀਟਿਵ ਇਫੈਕਟ ਆ। ਠੀਕ ਆ, ਤਾਂ ਹੁਣ ਜੇ ਆਪਾਂ ਇਹ ਕਰਨੀ ਆ ਉਦੋਂ ਥੀਸਿਸ ਲਾਈਨ ਜਦੋਂ BP ਆਪਾਂ 3 ਲਿਖਣੇ ਹੈਗੇ। ਠੀਕ ਆ, ਉਹਦਾ ਵੀ ਮੈਂ ਅੱਗੇ ਜਿਹੜਾ ਸਾਰਾ ਸਿੰਪਲ ਆਨਸਰ ਪ੍ਰੋਵਾਈਡ ਕਰਦੀ ਹਾਂ। ਤਾਂ ਜੇ ਆਪਾਂ ਕਰਨੇ ਹੈਗੇ ਜਸਟ 2 BP, ਤਾਂ ਫਿਰ ਆਪਾਂ ਕੀ ਕਰਾਂਗੇ,
आई ਪਾਰਸ਼ਲੀ ਐਗਰੀ ਵਿਦ ਦਿਸ ਸੈਡ ਨੋਸ਼ਨ ਜਿਹੜੀ ਗੱਲ ਕਹੀ ਹੈਗੀ ਆ ਕਿ ਉਹ ਕਹਿੰਦਾ ਮੈਂ ਪਾਰਸ਼ਲੀ ਐਗਰੀ ਹਾਂ, ਠੀਕ ਆ, ਵੀ ਦੋਨੋਂ ਪਾਸੇ ਹੀ ਆ, ਵੀ ਮੈਂ ਸੋਚਦਾ ਵੀ ਇਹਦੀ ਐਡਵਾਂਟੇਜ ਵੀ ਹੈਗੀਆਂ ਤਾਂ ਡਿਸਐਡਵਾਂਟੇਜ ਵੀ ਹੈਗੀਆਂ, ਠੀਕ ਆ। ਤਾਂ ਬਿਕੋਜ਼ ਦਿਸ ਟੈਂਡੈਂਸੀ ਵੁੱਡ ਹੈਵ ਬੋਥ ਮੈਰਿਟਸ ਐਜ਼ ਵੈਲ ਐਜ਼ ਡੀਮੈਰਿਟਸ। ਤਾਂ ਜਿਹੜੀ ਜੇ ਇਹ ਟੈਂਡੈਂਸੀ ਲਾਗੂ ਹੋ ਜਾਂਦੀ ਆ, ਗੌਰਮੈਂਟ ਕਰ ਦਿੰਦੀ ਹੈਗੀ ਆ ਹੈ ਨਾ, ਤਾਂ ਫਿਰ ਇਹਦੇ ਜਿਹੜੇ ਮੈਰਿਟਸ ਵੀ ਹੋਣਗੇ ਅਤੇ ਡੀਮੈਰਿਟਸ ਵੀ ਹੋਣਗੇ, ਠੀਕ ਆ, ਵੀ ਫਾਇਦੇ ਵੀ ਹੋਣਗੇ ਨੁਕਸਾਨ ਵੀ ਹੋਣਗੇ, ਠੀਕ ਆ। ਤਾਂ ਜਦੋਂ ਆਪਾਂ ਪਾਰਸ਼ਲੀ ਐਗਰੀ ਕਰਦੇ ਤਾਂ ਆਪਾਂ ਦੋਨੋਂ ਹੀ ਬੈਲੈਂਸ ਕਰਨਾ ਹੈਗਾ, ਠੀਕ ਆ, ਵੀ ਜੇ ਆਪਾਂ ਦੋ ਪੁਆਇੰਟ ਪੋਜ਼ੀਟਿਵ ਦੇ ਲਿਖ ਰਹੇ ਹਾਂ ਤਾਂ ਦੋ ਨੈਗੇਟਿਵ ਲਿਖਾਂਗੇ, ਜੇ ਇੱਕ ਲਿਖ ਰਹੇ ਹਾਂ ਹੈ ਨਾ ਤਾਂ ਫਿਰ ਇੱਕ। ਕਈ ਬੱਚੇ ਬੀਬੀ ਵਿੱਚ ਦੋ ਜਿਹੜੇ ਪੁਆਇੰਟ ਵੀ ਐਡ ਕਰਦੇ ਆ, ਬਟ ਜੇ ਆਪਾਂ ਇੱਕ ਕਰਾਂਗੇ ਇਫੈਕਟਿਵ ਹੋਣਾ ਚਾਹੀਦਾ, ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦਿਓ ਤਾਂ ਇਨਫ ਹੈਗਾ ਗਾ। ਤਾਂ ਇਸ ਲਈ ਤੁਸੀਂ ਇੱਕ ਪੋਜ਼ੀਟਿਵ ਅਤੇ ਇੱਕ ਜਿਹੜਾ ਆਪਾਂ ਮਤਲਬ ਕਿ ਨੈਗੇਟਿਵ ਲਿਖਣਾ ਹੈਗਾ ਪੁਆਇੰਟ, ਜੇ ਆਪਾਂ ਪਾਰਸ਼ਲੀ ਐਗਰੀ ਕਰਦੇ ਹਾਂ। ਤਾਂ ਜੇ ਆਪਾਂ ਕਹਿ ਰਹੇ ਹਾਂ ਕਿ ਅਸੀਂ ਪਾਰਸ਼ਲੀ ਨਹੀਂ ਹੈ ਨਾ, ਵੀ ਇਹੀ ਆਪਾਂ ਉਹਦੇ ਸਟੇਟਮੈਂਟ ਦੇ ਅਕੋਰਡਿੰਗ ਚੱਲ ਰਹੇ ਹਾਂ ਵੀ ਹਾਂਜੀ ਬੈਨੀਫਿਟਸ ਹੀ ਜ਼ਿਆਦਾ ਵਾ ਹੈ ਨਾ ਨੈਗੇਟਿਵ ਐਸਪੈਕਟਸ ਨਾਲੋਂ, ਤਾਂ ਫਿਰ ਆਪਾਂ ਜਿਹੜੀ ਇਹ ਥੀਸਿਸ ਲਾਈਨ ਲਿਖਾਂਗੇ ਫਸਟ ਵਾਲੀ, ਠੀਕ ਆ। ਤਾਂ ਹੁਣ ਇਹ ਤਾਂ ਹੋ ਗਈ ਇੰਟਰੋ ਦੀ ਗੱਲ। ਹੁਣ ਆਪਾਂ ਗੱਲ ਕਰਦੇ ਹਾਂ ਬੀਪੀ ਫਸਟ ਦੀ, ਠੀਕ ਆ। ਤਾਂ ਬੀਬੀ ਫਸਟ ਦੋਨੋਂ ਪੈਸੇਜ ਦੇ ਵਿੱਚ ਹੀ ਸੇਮ ਰਹੂਗਾ, ਠੀਕ ਆ, ਵੀ ਜੇ ਆਪਾਂ ਤੁਸੀਂ ਕਰ ਰਹੇ ਹਾਂ ਪਾਰਸ਼ਲੀ ਐਗਰੀ ਵਾਲਾ, ਚਾਹੇ ਤੁਸੀਂ ਕਰ ਰਹੇ ਹਾਂ ਬੈਨੀਫਿਟਸ ਜ਼ਿਆਦਾ ਹੈਗੇ, ਠੀਕ ਆ। ਤਾਂ ਫਸਟ ਆਪਾਂ ਇੱਕ ਤਾਂ ਜਾਣੀ ਕਿ ਦੇਣਾ ਨਾ, ਦੋਨੋਂ ਵਿੱਚ ਬੈਨੀਫਿਟ ਇੱਕ ਤਾਂ ਦੱਸਣਾ ਹੀ ਹੈ। ਤਾਂ ਹੁਣ ਆਪਾਂ ਫਸਟ ਆਫ ਆਲ ਜਿਹੜਾ ਇਹ ਫਸਟ ਬੈਨੀਫਿਟ ਦੀ ਗੱਲ ਕਰਦੇ ਆਂਗੇ, ਠੀਕ ਆ। ਟੂ ਬਿਗਿਨ ਵਿਦ, ਤਾਂ ਆਪਾਂ ਇਹ ਜਿਹੜਾ ਕਨੈਕਟਰਸ ਲਾ ਲਿਆ। ਤਾਂ ਇੱਕ ਗੱਲ ਧਿਆਨ ਰੱਖਣੀ, ਜਦੋਂ ਆਪਾਂ ਕਨੈਕਟਰਸ ਯੂਜ਼ ਕਰਨੇ, ਜਿਹੜੇ 4 ਕਨੈਕਟਰ ਤੁਸੀਂ BP 1 ਦੇ ਵਿੱਚ ਯੂਜ਼ ਕਰਤੇ ਉਹ ਸੈਕਿੰਡ ਦੇ ਵਿੱਚ ਨਹੀਂ ਕਰਨੇ, ਜਿਹੜੇ ਸੈਕਿੰਡ ਦੇ ਵਿੱਚ ਕਰਤੇ ਉਹ ਥਰਡ ਦੇ ਵਿੱਚ ਨਹੀਂ ਕਰਨੇ, ਠੀਕ ਆ। ਜਿਹੜੀਆਂ A ਟਾਈਪਸ ਹੁੰਦੀਆਂ ਵਾ ਹੈ ਨਾ, ਉਹਨਾਂ ਵਿੱਚ ਆਪਾਂ BP 2 ਹੀ ਬਣਾਉਣੇ ਹੈਗੇ, ਜਸਟ ਇੱਕ ਜਿਹੜੀ 'ਚ ਆਪਾਂ 3 ਬਣਾ ਸਕਦੇ ਕਿਉਂਕਿ ਇਹ 70-30 ਹੁੰਦਾ ਆਪਾਂ ਨੂੰ, ਕਿਉਂਕਿ ਸਟੇਟਮੈਂਟ ਦੱਸਿਆ ਹੁੰਦਾ ਕਿ ਐਡਵਾਂਟੇਜ ਜ਼ਿਆਦਾ ਹੈਗੀਆਂ, ਠੀਕ ਹੈ, ਸਟੈਂਡ ਦੀਆਂ। ਅਤੇ ਇਸ ਲਈ ਆਪਾਂ ਇਹਦੇ 'ਚ 3 BP ਕਰ ਸਕਦੇ ਹਾਂ, ਨੋ ਡਾਊਟ ਆਪਾਂ 2 BPs ਨਾਲ ਵੀ ਸੋਲਵ ਕਰ ਸਕਦੇ ਹਾਂ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਦ ਫਸਟ ਐਂਡ ਫੋਰਮੋਸਟ ਐਡਵਾਂਟੇਜ ਆਫ ਕਮਰਸ਼ੀਲਾਈਜੇਸ਼ਨ, ਠੀਕ ਆ। ਤਾਂ ਇਹਦਾ ਮਤਲਬ ਹੁੰਦਾ ਵਪਾਰੀਕਰਨ, ਜਾਣੀ ਕਿ ਬਿਜ਼ਨਸ, ਠੀਕ ਆ, ਇੰਡਸਟਰੀਜ਼ ਵਪਾਰ ਕਰਦੇ ਨਾ ਉਹ, ਠੀਕ ਆ। ਇਨ ਕੰਟਰੀ ਸਾਈਡ ਇਜ਼ ਦੈਟ ਪੀਪਲ ਕੈਨ ਗੈਟ ਬੈਟਰ ਜੋਬ ਓਪਰਚੁਨਿਟੀ, ਠੀਕ ਆ। ਤਾਂ ਹੁਣ ਆਪਾਂ ਵਿਲੇਜ ਨਹੀਂ ਲਾਇਆ ਇੱਥੇ, ਕੰਟਰੀ ਸਾਈਡ ਲਾਇਆ, ਤਾਂ ਉਹ ਵੀ ਪੇਂਡੂ ਖੇਤਰ ਹੁੰਦੇ ਆ, ਠੀਕ ਆ। ਇਜ਼ ਦੈਟ ਪੀਪਲ ਕੈਨ, ਤਾਂ ਬੈਨੀਫਿਟ ਕੀ ਆ, ਬੈਨੀਫਿਟ ਮੇਨ ਇਹੀ ਆ ਕਿ ਉਹ ਬੈਟਰ ਜੋਬ ਓਪਰਚੁਨਿਟੀਜ਼ ਲੈ ਸਕਦੇ ਆ, ਠੀਕ ਆ। ਕਿਉਂਕਿ ਜਿਹੜਾ ਪਿੰਡਾਂ ਵਿੱਚ ਹੈ ਨਾ ਆਪਾਂ ਕਹਿ ਦਿੰਦੇ ਹਾਂ ਆਪਾਂ ਕਹਿੰਦੇ ਮਾਈਗ੍ਰੇਟਿੰਗ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ, ਲੋਕ ਅੱਜ ਕੱਲ੍ਹ ਮੂਵ ਕਰ ਰਹੇ ਸ਼ਹਿਰਾਂ ਨੂੰ, ਕਿਉਂਕਿ ਉਹ ਜਿਹੜੀਆਂ ਬੈਟਰ ਜੋਬ ਓਪਰਚੁਨਿਟੀ ਚਾਹੁੰਦੇ ਆ। ਕਿਉਂਕਿ ਵਿਲੇਜ ਦੇ ਵਿੱਚ ਜ਼ਿਆਦਾ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਠੀਕ ਆ, ਰਿਗਾਰਡਿੰਗ ਕਰੀਅਰ। ਤਾਂ ਕਰਕੇ ਆਪਾਂ ਇਹ ਜਿਹੜਾ ਮੇਨ ਲਿਖਤਾ ਕਿ ਇਹਦਾ ਇਹੀ ਬੈਨੀਫਿਟ ਆ ਕਿ ਜਿਹੜੇ ਵਿਲੇਜ ਦੇ ਪੀਪਲ ਆ ਉਹਨਾਂ ਨੂੰ ਵੀ ਜਿਹੜੀਆਂ ਜੋਬ ਓਪਰਚੁਨਿਟੀਜ਼ ਮਿਲਣਗੀਆਂ। ਤਾਂ ਹੁਣ ਇਹ ਕਿਵੇਂ ਆ ਜਾਂ ਕਿੱਦਾਂ, ਉਹਨੂੰ ਆਪਾਂ ਸਪੋਰਟ ਕਰਨ ਲਈ ਇੱਕ ਜਿਹੜਾ ਆਈਡੀਆ ਲਾਉਣਾ ਹੁੰਦਾ, ਠੀਕ ਆ। ਤਾਂ ਉਹ ਕੀ ਆਪਣਾ ਹੁਣ ਕਨੈਕਟਰ ਯੂਜ਼ ਕਰਾਂਗੇ ਟੂ ਐਲੈਬੋਰੇਟ ਇਟ, ਤਾਂ ਜਾਣੀ ਕਿ ਇਹਨੂੰ ਹੋਰ ਵਰਡਸ ਦੇ ਵਿੱਚ ਆਪਾਂ ਐਕਸਪਲੇਨ ਕਰਨਾ ਵੀ ਇਹ ਕਿੱਦਾਂ, ਠੀਕ ਆ। ਮੋਸਟ ਆਫ ਦਾ ਵਿਲੇਜ ਪੀਪਲ, ਠੀਕ ਆ, ਅਤੇ ਜਿਹੜੇ ਵਿਲੇਜ ਦੇ ਪੀਪਲ ਹੈਗੇ ਆ ਆਰ ਅਨਇੰਪਲੋਇਡ, ਠੀਕ ਆ। ਤਾਂ ਹੁਣ ਆਪਾਂ ਨੈਗੇਟਿਵ ਬਣਾਉਣ ਦੀ ਜਗ੍ਹਾ 'ਤੇ ਆਪਾਂ ਲਿਖਿਆ ਪੋਜ਼ੀਟਿਵ ਹੀ ਆ, ਬਟ ਦੱਸਦਾ ਅਨਇੰਪਲੋਇਡ, ਠੀਕ ਆ। ਜੇ ਆਪਾਂ ਹੁਣ ਇੱਥੇ ਇੰਪਲੋਇਡ ਯੂਜ਼ ਕਰਦੇ ਤਾਂ ਆਪਾਂ ਲਿਖਣਾ ਸੀ ਹੈਵ ਨਾਟ ਇੰਪਲੋਇਡ, ਹੈ ਨਾ, ਤਾਂ ਕੁਛ ਵੀ। ਤਾਂ ਪੀਪਲ ਆਰ ਅਨਇੰਪਲੋਇਡ ਔਰ ਫੁੱਲੀ ਡਿਪੈਂਡ ਔਨ ਐਗਰੀਕਲਚਰ, ਤਾਂ ਉਹ ਜਿਹੜੇ ਹੈਗੇ ਆ ਅਨਇੰਪਲੋਇਡ ਆ ਅਤੇ ਜ਼ਿਆਦਾਤਰ ਡਿਪੈਂਡ ਕਰ ਰਹੇ ਤੇ ਆ ਐਗਰੀਕਲਚਰ 'ਤੇ ਹੈਗੇ ਆ, ਠੀਕ ਆ। ਵਿਦ ਦਾ ਹੈਲਪ ਆਫ ਇੰਡਸਟਰੀ ਐਂਡ ਟ੍ਰੇਡ ਵਿਲਜਰਸ, ਤਾਂ ਹੁਣ ਉੱਥੇ ਵਿਲੇਜ ਪੀਪਲ ਸੀਗਾ ਤਾਂ ਇੱਥੇ ਆਪਾਂ ਕੀ ਲਾ ਦਿੱਤਾ ਵਿਲਜਰਸ, ਠੀਕ ਆ। ਤਾਂ ਉਹ ਵੀ ਜਿਹੜੇ ਵਿਲੇਜ ਦੇ ਰਹਿਣ ਵਾਲੇ ਲੋਕਾਂ ਲਈ ਆ। ਕੈਨ ਗੈਟ ਇੰਪਲੋਇਮੈਂਟ ਇਨ ਦੇਅਰ ਡਿਫੀਕਲਟ ਟਾਈਮ, ਤਾਂ ਉਹ ਜਿਹੜੇ ਕੀ ਕਰ ਸਕਦੇ ਆ ਇੰਪਲੋਇਮੈਂਟ ਨੂੰ ਗੈਟ ਕਰ ਸਕਦੇ ਆ, ਠੀਕ ਆ। ਇਹ ਹੋ ਗਿਆ ਆਪਣਾ ਸਪੋਰਟ ਆਈਡੀਆ। ਫਸਟ ਆਫ ਆਲ ਕੀ ਆਪਾਂ ਟਾਸਕ ਸਟੇਟਮੈਂਟ, ਦੈਨ ਆਪਾਂ ਸਪੋਰਟ ਆਈਡੀਆ ਲਾਤਾ। ਤਾਂ ਹੁਣ ਆਪਣੇ ਕੋਲ ਕੀ ਆ BP 'ਤੇ ਚੱਲਦੇ ਹਾਂ। ਤਾਂ ਹੁਣ ਆਪਣਾ ਜਿਹੜਾ ਟਾਸਕ ਸਟੇਟਮੈਂਟ ਹੋ ਗਈ, ਤਾਂ ਆਪਾਂ ਜਿਹੜਾ ਸਪੋਰਟ ਆਈਡੀਆ ਸੀਗਾ ਐਕਸਪਲੇਨੇਸ਼ਨ ਉਹ ਵੀ ਦੇਤੀ। ਹੁਣ ਕੀ ਰਹਿ ਗਿਆ ਆਪਣਾ ਐਗਜ਼ਾਮਪਲ ਅਤੇ ਰਿਜ਼ਲਟ, ਠੀਕ ਆ, 2 ਚੀਜ਼ਾਂ ਰਹਿ ਗਈਆਂ, ਹੁਣ ਆਪਾਂ ਉਹ ਕਰਦੇ ਹਾਂ। ਤਾਂ ਹੁਣ ਆਪਾਂ ਇੱਥੇ ਐਗਜ਼ਾਮਪਲ, ਫੋਰ ਐਗਜ਼ਾਮਪਲ, ਠੀਕ ਆ। ਤਾਂ ਆਪਾਂ ਇਹ ਕਨੈਕਟਰ ਲਾਦਾ, ਕਨੈਕਟਰ ਤੋਂ ਬਾਅਦ ਆਪਾਂ ਕੋਮਾ ਮਤਲਬ ਕਿ ਇੱਕ ਜ਼ਰੂਰੀ ਹੈਗਾ ਯੂਜ਼ ਕਰਨਾ ਹੀ ਕਰਨਾ, ਇਹ ਮਿਸਟੇਕ ਬਿਲਕੁਲ ਨਹੀਂ ਕਰਨੀ। ਤਾਂ ਹੁਣ ਆਪਾਂ ਕੀ ਕਰਦੇ ਹਾਂ, ਅ ਸਰਵੇ ਵਾਜ਼ ਕੰਡਕਟਡ ਬਾਏ BBC ਨਿਊਜ਼ ਚੈਨਲ, ਠੀਕ ਆ। ਤਾਂ ਕੋਈ ਵੀ ਨਿਊਜ਼ ਚੈਨਲ ਹੈਗਾ ਗਾ, ਹੁਣ ਬਸ ਜਿਹੜੀ ਆਪਣੀ ਐਗਜ਼ਾਮਪਲ ਹੁੰਦੀ ਆ ਉਹ ਪਰਸਨਲ ਨਾ ਹੋਵੇ, ਠੀਕ ਆ, ਇਹੀ ਆਪਾਂ ਧਿਆਨ ਰੱਖਣਾ। BBC ਨਿਊਜ਼ ਚੈਨਲ ਤੁਸੀਂ ਕਿਸੇ ਵੱਲੋਂ ਵੀ ਕੋਈ ਕਹਿ ਸਕਦੇ ਕੋਈ ਸਟੱਡੀ ਕੀਤੀ, ਕਿਸੇ ਗੌਰਮੈਂਟ ਨੇ ਕੀਤਾ, ਕੋਈ ਵੀ ਸਰਵੇ, ਠੀਕ ਆ। ਚੈਨਲ ਫਾਊਂਡ ਦੈਟ ਆਲਮੋਸਟ 50% ਇੰਪਲੋਇਮੈਂਟ ਇਜ਼ ਪ੍ਰੋਵਾਈਡਡ ਬਾਏ ਬਿਜ਼ਨਸ, ਤਾਂ ਜਿਹੜੀ 50% ਹੈਗੀ ਇੰਪਲੋਇਮੈਂਟ ਉਹ ਕਾਹਦੇ ਦੁਆਰਾ, ਬਿਜ਼ਨਸ ਦੁਆਰਾ ਪ੍ਰੋਵਾਈਡ ਕੀਤੀ ਜਾਂਦੀ ਹੈ, ਠੀਕ ਆ। ਵੀ ਜਾਣੀ ਕਿ 50% ਜਿਹੜੇ ਪਾਪੂਲੇਸ਼ਨ ਹੈਗੀ ਉਹ ਕਿੱਥੋਂ ਰੁਜ਼ਗਾਰ ਲੈਂਦੀ ਹੈਗੀ ਆ, ਬਿਜ਼ਨਸ ਦੇ ਵਿੱਚੋਂ, ਠੀਕ ਆ।
ਤਾਂ ਹੈਂਸ ਬੈਟ ਹੁਣ ਆਪਣਾ ਜਿਹੜਾ ਐਗਜ਼ਾਮਪਲ ਹੋ ਗਈ, ਹੁਣ ਆਪਣਾ ਰਿਜ਼ਲਟ ਆ ਗਿਆ। ਰਿਜ਼ਲਟ ਲਈ ਕੀ ਆਪਾਂ ਜਿਹੜਾ ਕਨੈਕਟਰ ਯੂਜ਼ ਕੀਤਾ ਹੈਂਸ, ਠੀਕ ਆ, ਤਾਂ ਆਪਾਂ ਕੌਮਾ ਯੂਜ਼ ਕੀਤਾ। ਬੈਟਰ ਇੰਪਲੋਇਮੈਂਟ ਵਿਲ ਇੰਕਰੀਜ਼ ਬਾਈ ਇਸਟੈਬਲਿਸ਼ਿੰਗ ਬਿਜ਼ਨਸ ਇਨ ਦਾ ਵਿਲੇਜ ਏਰੀਆ, ਠੀਕ ਆ। ਤਾਂ ਜਿਹੜੀ ਬੈਟਰ ਇੰਪਲੋਇਮੈਂਟ ਆ ਉਹ ਇੰਕਰੀਜ਼ ਕੀਤੀ ਜਾ ਸਕਦੀ ਆ ਕਾਹਦੇ ਦੁਆਰਾ, ਬਾਈ ਇਸਟੈਬਲਿਸ਼ਿੰਗ ਬਿਜ਼ਨਸ ਇਨ ਦਾ ਵਿਲੇਜ ਏਰੀਆ। ਤਾਂ ਜਦੋਂ ਬਿਜ਼ਨਸ ਜਿਹੜੇ ਵਿਲੇਜ ਏਰੀਆ ਵਾਲੀ ਐਕਸਪੈਂਡ ਹੋਣਗੇ ਤਾਂ ਉਹ ਜਿਹੜੀਆਂ ਬੈਟਰ ਓਪਰਚੁਨਿਟੀ ਦੇਣਗੀਆਂ, ਠੀਕ ਹੈ, ਜੋਬ ਓਪਰਚੁਨਿਟੀਜ਼। ਤਾਂ ਹੁਣ ਇਹ ਆਪਣਾ ਜਿਹੜਾ BP1 ਕੰਪਲੀਟ ਹੋ ਗਿਆ। ਤਾਂ ਹੁਣ ਜਿਹੜੇ ਬੱਚਿਆਂ ਨੇ ਪਾਰਸ਼ਲੀ ਐਗਰੀ ਗਏ ਹੈਗੇ ਆ ਉਹਨਾਂ ਨੇ ਜਿਹੜਾ ਆ BP2 ਨਹੀਂ ਲਿਖਣਾ ਹੈਗਾ, ਠੀਕ ਆ। ਤਾਂ ਕਿਉਂਕਿ ਇਹ ਇੱਕ ਹੋਰ ਬੈਨੀਫਿਟ ਹੀ ਹੈਗਾ ਆਪਾਂ ਜਿਹੜਾ ਦੱਸਿਆ, ਜਿਹੜੇ ਬੱਚਿਆਂ ਨੇ BP3 ਕਰਨੇ ਹੈਗੇ ਆ, ਠੀਕ ਆ, ਦੱਸਣਾ ਕਿ ਐਡਵਾਂਟੇਜ ਹੀ ਜ਼ਿਆਦਾ ਵਾ, ਤਾਂ ਉਹਨਾਂ ਲਈ ਇਹ BP2 ਆਪਾਂ ਕਰਨਾ। ਬਟ ਜਿਹੜੇ ਬੱਚੇ ਪਾਰਸ਼ਲੀ ਐਗਰੀ ਗਏ ਹੈਗੇ ਹੈ ਨਾ ਵੀ ਮਤਲਬ ਦੋਨੋਂ ਹੀ ਚੀਜ਼ਾਂ ਇਕੁਅਲ ਹੈਗੀਆਂ ਵਾ, ਜਿੰਨੇ ਨੁਕਸਾਨ ਆ ਉਨੇ ਹੀ ਫਾਇਦੇ ਹੈਗੇ ਆ, ਠੀਕ ਆ, ਤਾਂ ਉਹ ਜਿਹੜਾ BP3 ਹੀ ਲਿਖਣਗੇ ਜਿਹੜਾ ਇਸ ਤੋਂ ਬਾਅਦ ਮਿਲੂਗਾ। ਤਾਂ ਹੁਣ ਆਪਾਂ ਕਰਦੇ ਹੈਗੇ ਆ ਸੈਕਿੰਡ, ਜਿਹੜਾ ਜਿਨ੍ਹਾਂ ਨੇ ਲਿਖਣਾ ਹੈਗਾ 3 BP, ਠੀਕ ਆ। ਸ਼ਿਫਟਿੰਗ ਟੂਵਰਡ ਦਾ ਅਨਦਰ ਬੈਨੀਫਿਟ ਆਫ ਦਿਸ ਐਕਸ਼ਨ, ਤਾਂ ਜਿਹੜਾ ਇਸੇ ਐਕਸ਼ਨ ਦਾ ਉਹ ਕੀ ਕਹਿੰਦੇ ਆ ਕਿ ਇੱਕ ਹੋਰ ਆਪਣਾ ਜਿਹੜਾ ਬੈਨੀਫਿਟ ਆ ਉਹ ਕਿਹੜਾ ਬੈਨੀਫਿਟ ਆ, ਟਰਾਂਸਪੋਰਟੇਸ਼ਨ ਐਕਸਪੈਂਸਿਵ ਵਿਲ ਰਿਡਿਊਸ। ਤਾਂ ਜਿਹੜੀ ਟਰਾਂਸਪੋਰਟੇਸ਼ਨ ਐਕਸਪੈਂਸਿਵ ਹੈ ਜਾਣੀ ਕਿ ਜਿਹੜਾ ਖਰਚਾ ਆਉਂਦਾ ਟਰਾਂਸਪੋਰਟੇਸ਼ਨ 'ਤੇ ਉਹ ਰਿਡਿਊਸ ਹੋਵੇਗਾ, ਠੀਕ ਆ। ਟੂ ਐਕਸਪਲੇਨ ਇਟ, ਤਾਂ ਇਹਨੂੰ ਐਕਸਪਲੇਨ ਕਰ ਲਈ। ਹੁਣ ਇਹ ਤਾਂ ਆਪਣੀ ਜਿਹੜੀ ਟਾਸਕ ਸਟੇਟਮੈਂਟ ਸੀ, ਆਪਾਂ ਇੱਕ ਆਈਡੀਆ ਦੇਤਾ ਮੇਨ, ਤਾਂ ਹੁਣ ਆਪਾਂ ਇਹਨੂੰ ਐਕਸਪਲੇਨ ਕਰਨਾ, ਠੀਕ ਆ। ਤਾਂ ਆਪਾਂ ਇੱਥੇ ਜਿਹੜਾ ਕਨੈਕਟਰ ਫਸਟ ਆਫ ਆਲ ਜਿਹੜਾ ਆਪਾਂ ਇੱਥੇ ਯੂਜ਼ ਕੀਤਾ ਸੀਗਾ ਇਹਨੂੰ ਟੂ ਇਲੈਬੋਰੇਟ, ਠੀਕ ਆ। ਤਾਂ ਇਹਨੂੰ ਆਪਾਂ ਇਲੈਬੋਰੇਟ ਕੀਤਾ ਸੀਗਾ, ਤਾਂ ਉੱਥੇ ਆਪਾਂ ਕੀ ਕਰ ਰਹੇ ਹਾਂ, ਕਨੈਕਟਰ ਚੇਂਜ ਕਰ ਰਹੇ ਹਾਂ ਟੂ ਐਕਸਪਲੇਨ ਇਟ, ਠੀਕ ਆ। ਤਾਂ ਇੱਥੇ ਆਪਾਂ ਲਾਤਾ ਟੂ ਐਕਸਪਲੇਨ ਇਟ। ਕਨੈਕਟਰਸ ਦਾ ਮੇਨ ਧਿਆਨ ਰੱਖਣਾ ਕਿ ਆਪਣੇ ਰਿਪੀਟ ਬਿਲਕੁਲ ਨਾ ਹੋਣ, ਠੀਕ ਆ। ਵੈਨ ਇੰਡਸਟਰੀ ਵਿਲ ਬੀ ਸੈਟ ਅਪ ਇਨ ਦਾ ਵਿਲੇਜ, ਜਦੋਂ ਕਿ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਨੂੰ ਸੈਟਅਪ ਕੀਤਾ ਜਾਊਗਾ ਵਿਲੇਜ ਦੇ ਵਿੱਚ। ਦੈਨ ਦਾ ਰॉ ਮਟੀਰੀਅਲ ਹੁੰਦਾ ਜਿਹੜਾ ਕੱਚਾ ਮਾਲ ਆਪਾਂ ਪੜ੍ਹਦੇ ਹਾਂ ਨਾ, ਕੱਚਾ ਮਾਲ ਜਿਹੜਾ ਫੈਕਟਰੀਜ਼ ਦੇ ਵਿੱਚ ਯੂਜ਼ ਹੁੰਦਾ ਹੈਗਾ ਪ੍ਰੋਡਕਟ ਕਿਸੇ ਨੂੰ ਵੀ ਪ੍ਰੋਡਿਊਸ ਕਰਨ ਲਈ, ਦੈਟ ਇਜ਼ ਯੂਜ਼ਡ ਇਨ ਇੰਡਸਟਰੀ, ਜਿਹੜਾ ਕਿ ਇੰਡਸਟਰੀਜ਼ ਦੇ ਵਿੱਚ ਯੂਜ਼ ਹੁੰਦਾ ਵਾ, ਨੀਡਸ ਨੋਟ ਬੀ ਟਰਾਂਸਫਰ ਟੂ ਦਾ ਸਿਟੀਜ਼, ਠੀਕ ਆ। ਤਾਂ ਉਹ ਕੀ ਨਹੀਂ, ਜ਼ਰੂਰਤ ਨਹੀਂ ਹੋਊਗੀ ਉਹਨਾਂ ਨੂੰ ਕਿ ਟਰਾਂਸਫਰ ਕੀਤਾ ਜਾਵੇ ਸਿਟੀਜ਼ ਨੂੰ, ਠੀਕ ਆ। ਦੇਖੋ ਜਿਹੜਾ ਸਿਟੀਜ਼ ਦੇ ਵਿੱਚ ਇੰਡਸਟਰੀਜ਼ ਹੁੰਦੀਆਂ ਵਾ, ਠੀਕ ਆ, ਉਹ ਜਿਹੜਾ ਰॉ ਮਟੀਰੀਅਲ ਲੈਂਦੀਆਂ ਰੀਜਨਲ ਖੇਤਰ 'ਚੋਂ ਲੈਂਦੀਆਂ, ਠੀਕ ਆ। ਤਾਂ ਜੇ ਉਹ ਹੋਊਗਾ ਹੀ ਮਤਲਬ ਕਿ ਜਿਹੜੀਆਂ ਆਪਣੀਆਂ ਇੰਡਸਟਰੀਜ਼ ਉਹ ਪਹਿਲਾਂ ਹੀ ਵਿਲੇਜ ਖੇਤਰ ਦੇ ਵਿੱਚ ਹੋਣਗੀਆਂ ਤਾਂ ਉਹਨਾਂ ਨੂੰ ਈਜ਼ੀਲੀ ਜਿਹੜਾ ਮਿਲ ਜੂਗਾ ਇਹ ਰॉ ਮਟੀਰੀਅਲ ਉੱਥੋਂ ਹੀ, ਹੈ ਨਾ, ਨੇੜੇ ਦੇ ਏਰੀਆ 'ਚੋਂ। ਤਾਂ ਜਿਹੜਾ ਟਰਾਂਸਪੋਰਟੇਸ਼ਨ ਐਕਸਪੈਂਸਿਵ ਆ ਉਹ ਜਿਹੜਾ ਰਿਡਿਊਸ ਹੋਊਗਾ, ਠੀਕ ਆ, ਜਾਂ ਫਿਰ ਘੱਟ ਖਰਚਾ ਆਊਗਾ। ਤਾਂ ਹੁਣ ਆਪਣਾ ਜਿਹੜਾ ਇਹ ਸੀਗਾ ਮਤਲਬ ਉਹਨੂੰ ਸਪੋਰਟ ਕਰਤਾ, ਜਿਹੜਾ ਆਪਾਂ ਇੱਕ ਟਾਸਕ ਸਟੇਟਮੈਂਟ ਦਿੱਤੀ ਉਹਨੂੰ ਸਪੋਰਟ ਕਰ ਦਿੱਤੀ ਵੀ ਕਿੱਦਾਂ, ਹੈ ਨਾ। ਤਾਂ ਫੋਰ ਇੰਸਟੈਂਸ ਹੁਣ ਆਪਣਾ ਆ ਗਈ ਐਗਜ਼ਾਮਪਲ ਦੀ, ਠੀਕ ਆ। ਅਕੋਰਡਿੰਗ ਟੂ ਅ ਸਟੱਡੀ, ਇੱਕ ਸਟੱਡੀ ਦੇ ਦੌਰਾਨ, ਠੀਕ ਆ, ਐਗਜ਼ਾਮਿਨ ਦੈਟ ਇੰਡਸਟਰੀ ਹੈਵ ਟੂ ਸਪੈਂਡ, ਤਾਂ ਇੰਡਸਟਰੀ ਹੈਵ ਟੂ ਆਪਾਂ ਉੱਥੇ ਲਾਉਂਦੇ ਹਾਂ ਜਦੋਂ ਕਿ ਕਰਨਾ ਹੀ ਪਵੇ, ਹੈ ਨਾ, ਵੀ ਮਤਲਬ ਭਾਵੇਂ ਆਪਾਂ ਚਾਹੀਏ ਚਾਹੇ ਨਾ ਚਾਹੀਏ, ਹੈ ਨਾ। ਜਾਣੀ ਕਿ ਇੰਡਸਟਰੀ ਹੁਣ ਭਾਵੇਂ ਮਤਲਬ ਹਿਊਜ਼ ਮਨੀ ਸਪੈਂਡ ਕਰਨਾ ਚਾਹੁਣ, ਹੈ ਨਾ, ਚਾਹੇ ਨਾ ਚਾਹੁਣ, ਪਰ ਉਹਨਾਂ ਨੂੰ ਕਰਨੀ ਹੀ ਪਊਗੀ। ਉੱਥੇ ਆਪਾਂ ਯੂਜ਼ ਕਰਦੇ ਹਾਂ ਹੈਵ ਟੂ, ਠੀਕ ਆ। ਇੰਡਸਟਰੀ ਹੈਵ ਟੂ ਸਪੈਂਡ ਅ ਹਿਊਜ਼ ਅਮਾਊਂਟ ਆਫ ਮਨੀ ਔਨ ਟਰਾਂਸਪੋਰਟੇਸ਼ਨ, ਤਾਂ ਉਹਨਾਂ ਨੂੰ ਕੀ ਜਿਹੜੀ ਆ ਇੱਕ ਸਟੱਡੀ ਨੇ ਫਾਊਂਡ ਕੀਤਾ ਕਿ ਇੰਡਸਟਰੀ ਨੂੰ ਕਰਨੀ ਹੀ ਪੈਂਦੀ ਇੱਕ ਹਿਊਜ਼ ਅਮਾਊਂਟ, ਠੀਕ ਹੈ, ਇੱਕ ਵੱਡੀ ਅਮਾਊਂਟ ਸਪੈਂਡ ਕਰਨੀ ਪੈਂਦੀ ਆ ਟਰਾਂਸਪੋਰਟੇਸ਼ਨ 'ਤੇ, ਠੀਕ ਆ। ਤਾਂ ਹੁਣ ਇਹ ਆਪਣੀ ਹੋ ਗਈ ਐਗਜ਼ਾਮਪਲ। ਤਾਂ ਹੁਣ ਆਪਾਂ ਜਿਹੜਾ ਕੀ ਕਰਨਾ ਹੈਗਾ ਰਿਜ਼ਲਟ, ਤਾਂ ਉਹ ਫਸਟ ਆਫ ਆਲ ਜਦੋਂ ਆਪਾਂ ਫਸਟ BP ਕੀਤਾ ਸੀਗਾ ਤਾਂ ਉੱਥੇ ਆਪਾਂ ਜਿਹੜਾ ਕਨੈਕਟਰ ਯੂਜ਼ ਕੀਤਾ ਸੀਗਾ ਹੈਂਸ, ਠੀਕ ਆ। ਤਾਂ ਹੁਣ ਆਪਾਂ ਹੈਂਸ ਰਿਪੀਟ ਨਹੀਂ ਕਰਾਂਗੇ ਰਿਜ਼ਲਟ ਲਈ, ਤਾਂ ਹੁਣ ਆਪਾਂ ਕੀ ਕਰਤਾ ਐਜ਼ ਅ ਰਿਜ਼ਲਟ, ਠੀਕ ਆ। ਤਾਂ ਹੁਣ ਆਪਣਾ ਆ ਗਿਆ ਇੱਥੇ ਐਜ਼ ਅ ਰਿਜ਼ਲਟ, ਦਿਸ ਵਿਲ ਹੈਲਪ ਟੂ ਸੇਵ ਟਾਈਮ ਐਂਡ ਟਰਾਂਸਪੋਰਟੇਸ਼ਨ ਐਕਸਪੈਂਡੀਚਰ, ਠੀਕ ਆ। ਤਾਂ ਉੱਥੇ ਆਪਾਂ ਐਕਸਪੈਂਸਿਵ ਲਾਇਆ ਵਾ ਵੀ ਟਰਾਂਸਪੋਰਟੇਸ਼ਨ ਐਕਸਪੈਂਸਿਵ, ਤਾਂ ਇੱਥੇ ਐਕਸਪੈਂਡੀਚਰ ਲਾਤਾ, ਠੀਕ ਆ। ਇਹ ਵੋਕੈਬ ਐਡ ਹੋ ਰਹੀ ਆ। ਤਾਂ ਐਜ਼ ਅ ਰਿਜ਼ਲਟ ਇਹ ਕੀ ਕਰੂਗਾ, ਟਾਈਮ ਵੀ ਸੇਵ ਕਰੂਗਾ ਅਤੇ ਟਰਾਂਸਪੋਰਟੇਸ਼ਨ ਐਕਸਪੈਂਸਿਵ ਵੀ ਸੇਵ ਕਰੂਗਾ, ਠੀਕ ਆ। ਤਾਂ ਇਹ ਹੋ ਗਿਆ ਆਪਣਾ BP2। ਤਾਂ ਹੁਣ ਇਹ 2 BP ਹੋ ਗਏ ਆਪਣੇ, ਦੋਨੋਂ ਬੈਨੀਫਿਟਸ ਦੇ ਸੀਗੇ, ਠੀਕ ਆ। ਤਾਂ ਹੁਣ ਆਪਣੀ ਗੱਲ ਆ ਰਹੀ ਹੈ BP3 ਦੀ, ਠੀਕ ਆ। ਤੇ ਜਿਹੜੇ ਬੱਚੇ ਪਾਰਸ਼ਲੀ ਐਗਰੀ ਗਏ ਆ ਉਹਨਾਂ ਨੇ BP2 ਨਹੀਂ ਲਿਖਣਾ, ਜਿਹੜੇ ਮਤਲਬ ਕਿ ਕਹਿ ਰਹੇ ਕਿ ਐਡਵਾਂਟੇਜ ਜ਼ਿਆਦਾ ਹੈਗੀਆਂ ਉਹ ਜਿਹੜੇ 3 BP ਲਿਖਣਗੇ, ਠੀਕ ਆ। ਤਾਂ ਹੁਣ ਆਪਾਂ ਕਰਦੇ ਹਾਂ BP3। ਤਾਂ ਇੱਕ ਗੱਲ ਹੋਰ ਹੈ ਕਿ ਜਿਹੜੇ ਬੱਚੇ ਪਾਰਸ਼ਲੀ ਗਏ ਆ ਉਹ 3rd ਦੇ ਵਿੱਚ ਐਗਜ਼ਾਮਪਲ ਜ਼ਰੂਰ ਐਡ ਕਰਨਗੇ, ਠੀਕ ਆ। ਤੇ ਜਿਹੜੇ ਬੱਚਿਆਂ ਨੇ 2 BP ਲਿਖੀ ਆ ਦੋਨਾਂ 'ਚ ਐਗਜ਼ਾਮਪਲ ਐਡ ਕੀਤੀ ਆ ਤਾਂ ਉਹ 3rd ਵਿੱਚ ਐਗਜ਼ਾਮਪਲ ਐਡ ਨਹੀਂ ਕਰਨਗੇ, ਠੀਕ ਆ। ਤਾਂ ਹੁਣ ਆਪਾਂ BP3 ਦੀ ਗੱਲ ਕਰਦੇ ਹਾਂ।
although it has numerous merits yet it would create some problems for villagers। ठीक ਆ, ਚਾਹੇ ਉਹ ਕਹਿੰਦੇ ਨੇ ਨਿਊਮਰਸ although ਉਦੋਂ ਲੱਗਦਾ ਭਾਵੇਂ ਇਹ ਵੀ ਆ ਪਰ ਫਿਰ ਵੀ ਇਹ ਹੋ ਸਕਦਾ ਵਾ। ਠੀਕ ਆ, ਤਾਂ ਉਦੋਂ ਆਪਾਂ although ਤੇ yet ਲਾਉਂਦੇ ਹੈਗੇ ਆ। ਠੀਕ ਆ, ਪੰਜਾਬੀ ਵਿੱਚ ਜਦੋਂ ਆਪਾਂ ਕਹਿਣਾ ਹੋਵੇ ਭਾਵੇਂ ਇਹਦੇ ਬਹੁਤ ਸਾਰੇ ਫਾਇਦੇ ਆ ਪਰ ਫਿਰ ਵੀ ਇਹ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਕਰ ਸਕਦੀ ਹੈ। ਠੀਕ ਆ, ਵਿਲੇਜ ਲਈ। ਤਾਂ although it has numerous merits yet it would create some problem for villagers। ਠੀਕ ਆ, ਫਸਟ ਆਫ ਆਲ ਕਿਹੜੀ ਪ੍ਰੋਬਲਮ ਹੈਗੀ ਆ, ਉਹ ਹੈਗੀ ਆ ਪੋਲਿਊਸ਼ਨ। ਠੀਕ ਆ, ਵਿਚ ਇਜ਼ ਸਪਰੈਡ ਬਾਈ ਇੰਡਸਟਰੀਜ਼, ਜਿਹੜਾ ਕਿ ਇੰਡਸਟਰੀਜ਼ ਦੁਆਰਾ ਜਿਹੜਾ ਸਪਰੈਡ ਕੀਤਾ ਜਾਂਦਾ, ਫੈਲਾਇਆ ਜਾਂਦਾ ਹੈਗਾ। ਠੀਕ ਆ, ਤਾਂ ਹੁਣ ਆਪਾਂ ਇਹਨੂੰ ਜਿਹੜਾ ਕਰਨਾ ਹੈਗਾ ਗਾ ਸਪੋਰਟ ਕਰਨਾ। ਸਪੋਰਟ ਲਈ ਆਪਾਂ ਫਿਰ ਕਨੈਕਟਰ ਜਿਹੜਾ ਚੇਂਜ ਕਰਤਾ। ਫਸਟ ਆਫ ਆਲ ਆਪਾਂ ਐਕਸਪਲੇਨ ਲਿਖਿਆ ਸੀ, ਫਿਰ ਇਲੈਬੋਰੇਟਡ ਲਿਖਤਾ, ਤਾਂ ਹੁਣ ਆਪਾਂ ਕੀ ਲਿਖ ਰਹੇ ਹਾਂ, ਇਨ ਅਦਰ ਵਰਡਸ। ਠੀਕ ਆ, when government will encourage industry to move out of urban areas, ਤਾਂ ਜਿਹੜੇ urban areas ਦੇ ਵਿੱਚੋਂ move out ਕਰੂਗੀ into countryside ਜਿਹੜੇ ਪੇਂਡੂ ਖੇਤਰ ਤੇ urban ਜਿਹੜੇ ਸ਼ਹਿਰੀ ਖੇਤਰ, then it's lead to pollute greenery areas, ਕਿਉਂਕਿ ਵਿਲੇਜ ਦੇ ਵਿੱਚ ਜ਼ਿਆਦਾ greenery ਹੁੰਦੀ ਹੈ। ਠੀਕ ਹੈ, as compare to cities। ਠੀਕ ਆ, ਤਾਂ ਗ੍ਰੀਨਰੀ ਏਰੀਆਜ਼ ਐਂਡ ਵਾਟਰ ਸੋਰਸ ਆਫ ਵਿਲੇਜ, ਤਾਂ ਜਿਹੜੇ ਵਿਲੇਜ ਦਾ ਮਤਲਬ ਕਿ ਇੱਕ ਹਿਸਾਬ ਨਾਲ ਪੋਲਿਊਸ਼ਨ ਕ੍ਰੀਏਟ ਕਰੂਗੀ, ਤੇ ਗ੍ਰੀਨਰੀ ਨੂੰ ਸਪੋਇਲ ਕਰੂਗੀ, ਵਾਟਰ ਸੋਰਸ ਨੂੰ ਸਪੋਇਲ ਕਰੂਗੀ। ਠੀਕ ਆ, ਤਾਂ ਹੁਣ ਆਪਾਂ ਇੱਥੇ ਐਗਜ਼ਾਮਪਲ ਨਹੀਂ ਐਡ ਕਰਨੀ, ਪਰ ਜਿਹੜੇ ਬੱਚਿਆਂ ਨੇ ਹੈ ਨਾ ਮਤਲਬ ਕਿ ਪਾਰਸ਼ਲੀ ਐਗਰੀ ਗਏ ਆ ਉਹਨਾਂ ਨੇ ਇਸ ਦੇ ਵਿੱਚ ਐਗਜ਼ਾਮਪਲ ਇੱਥੋਂ ਐਡ ਕਰਨੀ ਆ ਜਦੋਂ ਰਿਜ਼ਲਟ ਤੋਂ ਪਹਿਲਾਂ। ਠੀਕ ਆ, ਤਾਂ ਹੁਣ ਕੌਨਸੀਕਿਊਂਟਲੀ ਆਪਾਂ ਰਿਜ਼ਲਟ ਦੇਤਾ ਸਿੱਧਾ, ਕਿਉਂਕਿ ਆਪਾਂ 2 ਪੀਪੀਸ ਦੇ ਵਿੱਚ ਕੀਤਾ, ਤਾਂ ਡਿਸਐਡਵਾਂਟੇਜ ਦੇ ਵਿੱਚ ਆਪਾਂ ਨਹੀਂ ਕਰਨਾ। ਪੀਪਲ ਹੈਵ ਟੂ ਫੇਸ ਟਰਬਲ ਇਨ ਦੇਅਰ ਲਾਈਫ, ਤਾਂ ਉਹਨਾਂ ਨੂੰ ਕੀ ਫੇਸ ਕਰਨਾ ਪੈਂਦਾ, ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਇਨ ਦੇਅਰ ਲਾਈਫ, ਐਜ਼ ਵੈਲ ਐਜ਼ ਇਟ ਹੈਜ਼ ਆਲਸੋ, ਤਾਂ ਉਹਨਾਂ ਨੂੰ ਇੱਕ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਤੇ ਐਜ਼ ਵੈਲ ਐਜ਼। ਠੀਕ ਆ, ਇਹਦੇ ਨਾਲ ਹੀ। ਠੀਕ ਆ, ਉਦੋਂ ਆਪਾਂ ਯੂਜ਼ ਕਰਦੇ ਹਾਂ ਐਜ਼ ਵੈਲ ਐਜ਼ ਜਦੋਂ ਆਪਾਂ ਲਿਖਣਾ ਹੋਵੇ, ਇਸ ਦੇ ਨਾਲ ਹੀ। ਇਟ ਹੈਜ਼ ਆਲਸੋ ਐਡਵਰਸ ਇਫੈਕਟਸ ਫॉर ਅਪਕਮਿੰਗ ਜਨਰੇਸ਼ਨ, ਤਾਂ ਜਦੋਂ ਪੋਲਿਊਸ਼ਨ ਹੋਊਗਾ, ਗ੍ਰੀਨਰੀ ਮਤਲਬ ਕਿ ਹੋਊਗੀ ਹੈ ਨਾ ਸਪੋਇਲ ਹੋ ਜਾਊਗੀ, ਵਾਟਰ ਸੋਰਸ ਹੋ ਜਾਣਗੇ, ਤਾਂ ਜਿਹੜੀ ਅਪਕਮਿੰਗ ਜਨਰੇਸ਼ਨ ਆ ਉਹਦੇ ਲਈ ਵੀ ਇਹ ਜਿਹੜੇ ਨੁਕਸਾਨਦਾਇਕ ਹੋਊਗੀ। ਠੀਕ ਆ, ਤਾਂ ਇਹਦੇ ਜਿਹੜੇ ਦੋਨੋਂ ਹੀ ਐਡਵਰਸ ਇਫੈਕਟ ਆ ਅਪਕਮਿੰਗ ਜਨਰੇਸ਼ਨ ਲਈ ਵੀ ਤੇ ਜਿਹੜੇ ਪ੍ਰੈਜ਼ੈਂਟ ਲੋਕ ਆ ਉਹਨਾਂ ਲਈ ਵੀ। ਠੀਕ ਆ, ਤਾਂ ਹੁਣ ਆਪਾਂ ਜਿਹੜਾ ABP 3 ਆਪਣੇ ਹੋ ਗਏ ਆ ਪੂਰੇ, ਤਾਂ ਹੁਣ ਆਪਾਂ ਕਰਨਾ ਹੈਗਾ ਕਨਕਲੂਜ਼ਨ। ਠੀਕ ਆ, ਤਾਂ ਕਨਕਲੂਜ਼ਨ ਕਿੱਦਾਂ ਕਰਨਾ ਆਪਾਂ, ਟੂ ਕਨਕਲੂਡ ਇਟ ਡਿਸਪਾਈਟ ਹੈਵਿੰਗ ਸਮ ਡਿਸਐਡਵਾਂਟੇਜ, ਤਾਂ ਉਹ ਕਹਿੰਦੇ ਸਮ ਡਿਸਐਡਵਾਂਟੇਜ ਆ ਹੈ ਨਾ, ਮਤਲਬ ਹੈਗੀਆਂ। ਡਿਸਪਾਈਟ ਹੈਵਿੰਗ ਦਾ ਮਤਲਬ ਹੁੰਦਾ ਭਾਵੇਂ ਡਿਸਪਾਈਟ ਹੈਵਿੰਗ ਹੋਣ ਦੇ ਬਾਵਜੂਦ ਵੀ। ਠੀਕ ਆ, ਪੰਜਾਬੀ ਵਿੱਚ ਕੁਛ ਡਿਸਐਡਵਾਂਟੇਜ ਹੋਣ ਦੇ ਬਾਵਜੂਦ ਵੀ ਦਿਸ ਐਕਸ਼ਨ ਮੇ ਬੀ ਹੈਲਪਫੁਲ ਫॉर ਪੀਪਲ, ਤਾਂ ਪਰ ਇਹ ਜਿਹੜਾ ਐਕਸ਼ਨ ਹੈ ਨਾ ਉਹ ਹੋ ਸਕਦਾ ਵਾ ਹੈਲਪਫੁਲ ਹੋ ਸਕਦਾ ਪੀਪਲਸ ਲਈ ਟੂ ਗਰੋ ਇਨ ਦੇਅਰ ਲਾਈਫ, ਗਰੋ ਇਨ ਦਾ ਮਤਲਬ ਕਿ ਲਾਈਫ ਦੇ ਵਿੱਚ ਆਪਣੇ ਦੇ ਵਿੱਚ ਗਰੋ ਕਰ ਸਕਦੇ ਇਸ ਐਕਸ਼ਨ ਦੇ ਦੁਆਰਾ। ਬਿਕੋਜ਼ ਕਾਰਨ ਦੱਸਣਾ ਹੁਣ ਆਪਾਂ ਗ੍ਰੇਟ ਕਰੀਅਰ ਓਪਰਚੁਨਿਟੀਜ਼, ਤਾਂ ਹੁਣ ਆਪਾਂ ਜਿਹੜਾ BP 1 ਦੇ ਵਿੱਚ ਜੋਬ ਓਪਰਚੁਨਿਟੀਜ਼ ਯੂਜ਼ ਕੀਤਾ ਸੀ, ਤਾਂ ਹੁਣ ਆਪਾਂ ਕਨਕਲੂਜ਼ਨ ਦੇ ਵਿੱਚ ਉਹਨੂੰ ਐਡ ਨਹੀਂ ਕਰ ਮਤਲਬ ਕਿ ਰਿਪੀਟ ਨਹੀਂ ਕੀਤਾ ਹੈਗਾ, ਤਾਂ ਆਪਾਂ ਕਰੀਅਰ ਕਰਤਾ। ਠੀਕ ਆ, ਵੋਕੈਬ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਡਿਫੀਕਲਟ ਵਰਡ ਚੂਜ਼ ਕਰੀਏ। ਠੀਕ ਆ, ਤਾਂ ਆਪਾਂ ਇੱਕ ਬੇਸਿਕ ਵਰਡਸ ਦੇ ਨਾਲ ਵੀ ਵੋਕੈਬ ਨੂੰ ਐਡ ਕਰ ਸਕਦੇ ਹਾਂ। ਬਿਕੋਜ਼ ਆਫ ਗ੍ਰੇਟ ਕਰੀਅਰ ਓਪਰਚੁਨਿਟੀਜ਼ ਐਂਡ ਆਲਸੋ ਹੈਲਪ ਟੂ ਬਿਜ਼ਨਸਮੈਨ, ਤਾਂ ਬਿਜ਼ਨਸਮੈਨ ਲਈ ਵੀ ਹੈਲਪਫੁਲ ਹੈਗਾ ਗਾ ਟੂ ਮੈਨੇਜ ਦੇਅਰ ਬਜਟ, ਤਾਂ ਜਦੋਂ ਉਹਦਾ ਮਤਲਬ ਟਰਾਂਸਪੋਰਟੇਸ਼ਨ 'ਤੇ ਨਹੀਂ ਖਰਚਾ ਆਊਗਾ ਤਾਂ ਫਿਰ ਆਪੇ ਉਹਦਾ ਬਜਟ ਜਿਹੜਾ ਮੈਨੇਜ ਹੋਊਗਾ। ਠੀਕ ਆ, ਅਤੇ ਇਹਦੇ ਜਿਹੜੇ 2 ਬੈਨੀਫਿਟ ਹੀ ਆਪਾਂ ਲਿਖੇ ਸੀਗੇ BP 1 ਐਂਡ BP 2 ਦੇ ਵਿੱਚ, ਤਾਂ ਉਹ ਆਪਾਂ ਇੱਥੇ ਮੈਂਸ਼ਨ ਕੀਤੇ ਹੈਗੇ ਆ ਕਨਕਲੂਜ਼ਨ ਦੇ ਵਿੱਚ। ਠੀਕ ਆ, ਤਾਂ ਕਿਉਂਕਿ ਗ੍ਰੇਟ ਕਰੀਅਰ ਓਪਰਚੁਨਿਟੀ ਤਾਂ ਜੋਬ ਓਪਰਚੁਨਿਟੀ ਸੀ। ਦੂਸਰਾ ਆਪਣਾ ਜਿਹੜਾ ਪੁਆਇੰਟ ਸੀਗਾ ਕਿ ਟਰਾਂਸਪੋਰਟੇਸ਼ਨ ਜਿਹੜਾ ਐਕਸਪੈਂਸਿਵ ਉਹ ਰਿਡਿਊਸ ਹੋ ਜਾਂਦਾ, ਉੱਥੇ ਆਪਾਂ ਸੇਮ ਇਹੀ ਗੱਲ ਲਿਖਣ ਦੀ ਬਜਾਏ ਆਪਾਂ ਇਹ ਲਿਖਤਾ ਕਿ ਬਿਜ਼ਨਸਮੈਨ ਦੇ ਲਈ ਬੈਨੀਫਿਟ ਹੈਗੇ ਆ, ਕਿਉਂਕਿ ਉਹ ਆਪਣੇ ਜਿਹੜੇ ਬਜਟ ਨੂੰ ਮੈਨੇਜ ਕਰ ਸਕਦੇ ਆ। ਠੀਕ ਆ, ਤੇ ਇਹ ਆਪਣਾ ਹੋ ਗਿਆ ਕਨਕਲੂਜ਼ਨ। ਤਾਂ ਅੱਜ ਦਾ ਜਿਹੜਾ ਆਪਾਂ ਰਾਈਟਿੰਗ ਟਾਸਕ ਦੇ ਵਿੱਚ ਇੰਨਾ ਹੀ ਸੀਗਾ, ਇਹ ਸੈਂਪਲ ਆਨਸਰ ਪ੍ਰੋਵਾਈਡ ਕੀਤਾ। ਇਹਦੀ ਹੈਲਪ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਕਿੱਦਾਂ ਲਿਖ ਸਕਦੇ, 2 ਤਰੀਕਿਆਂ ਨਾਲ ਲਿਖ ਸਕਦੇ ਹਾਂ। ਪਾਰਸ਼ਲੀ ਐਗਰੀ ਵੀ ਜਾ ਸਕਦੇ ਹਾਂ 2 BP ਲਿਖ ਕੇ, ਤਾਂ ਜੇ ਤੁਸੀਂ 70-30 ਕਰ ਸਕਦੇ ਆ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ। ਠੀਕ ਆ, ਤਾਂ ਆਈ ਹੋਪ ਵੀਡੀਓ ਜਿਹੜੀ ਯੂਜ਼ਫੁਲ ਹੋਊਗੀ ਤੁਹਾਡੇ ਲਈ। ਥੈਂਕਸ ਫॉर ਵਾਚਿੰਗ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ।